यस गुड मॉर्निंग स्टूडेंट्स। ਅੱਜ ਆਪਾਂ ਨੈਕਸਟ ਪਾਰਟ ਕਰਾਂਗੇ ਸਟੋਰੀ ਦਾ 30 ਪੇਜ ਨੰਬਰ ਤੱਕ ਕੀਤਾ ਸੀ, ਜਿੱਥੇ ਕਪੂਰ ਸਿੰਘ ਦਰਬਾਰੇ ਦੀਆਂ ਤਰਲੇ ਮਿੰਨਤਾਂ ਪਾਣੀਆਂ ਸ਼ੁਰੂ ਕਰਦਾ ਆ ਔਰ ਉਹਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਆ ਕਿ ਜੇਕਰ ਛੋਟੀ ਮੋਟੀ ਕੰਧ ਹੁੰਦੀ ਤਾਂ ਉਹਨੇ ਆਪ ਹੀ ਬਣਾ ਲੈਣੀ ਸੀ, ਪਰ ਕੰਧ ਜਿਹੜੀ ਆ ਉਹ ਕਾਫੀ ਵੱਡੀ ਸੀ, ਕਿੰਨੀ ਉੱਚੀ ਲੰਬੀ ਕੰਧ ਬਣਨੀ ਸੀ। ਇਸ ਕਰਕੇ ਕਪੂਰ ਸਿੰਘ ਘਾਟਾ ਖਾਣ ਦੇ ਲਈ ਵੀ ਤਿਆਰ ਸੀ। ਔਰ ਸਭ ਤੋਂ ਪਹਿਲਾਂ ਜਦੋਂ ਉਹਦੇ ਤਰਲੇ ਮਿੰਨਤਾਂ ਪਾਣੀਆਂ ਸ਼ੁਰੂ ਕਰਦਾ ਆ ਔਰ ਉਹਨੂੰ ਕੀ ਕਹਿੰਦਾ ਆ ਕਿ ਉਹਨੂੰ ਜ਼ਿਆਦਾ ਭਾਰ ਚੁਕਾ ਦੇਵੇ ਤੇ ਆਪ ਘੱਟ ਚੱਕ ਲਵੇ, ਭਾਵ ਕਿ ਉਹ ਕਪੂਰ ਸਿੰਘ ਨੂੰ ਜ਼ਿਆਦਾ ਖਰਚਾ ਦੇ ਦੇਵੇ, ਆਪ ਘੱਟ ਕਰ ਲਵੇ, ਕਿਉਂਕਿ ਕਪੂਰ ਸਿੰਘ ਨੂੰ ਕੰਧ ਦੀ ਜ਼ਿਆਦਾ ਲੋੜ ਸੀ ਔਰ ਦਰਬਾਰੇ ਦਾ ਕੰਧ ਵੀ ਨਾ ਸਰਦਾ ਸੀ। ਪਰ ਦਰਬਾਰੇ ਦੇ ਉੱਪਰ ਕਪੂਰ ਸਿੰਘ ਦੀਆਂ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਸੀ। ਬੇਸ਼ੱਕ ਕਪੂਰ ਸਿੰਘ ਦਾ ਗੁੱਸਾ ਥੋੜਾ ਢੈਲਾ ਪੈਣਾ ਸ਼ੁਰੂ ਹੋਇਆ ਸੀ, ਪਰ ਜਿਸ ਤਰ੍ਹਾਂ ਹੀ ਸਰਪੰਚ ਸਿੰਘ ਨੇ ਘੂਰੀ ਵੱਟੀ, ਦਰਬਾਰਾ ਜਿਹੜਾ ਸੀ ਉਹ ਫਿਰ ਤੈਸ਼ 'ਚ ਆ ਗਿਆ ਔਰ ਉਹਨੇ ਜਿਹੜਾ ਸੀ ਕਪੂਰ ਸਿੰਘ ਨੂੰ ਫਿਰ ਪਲਟ ਕੇ ਜਵਾਬ ਦਿੱਤਾ ਕਿ ਜਿਹੜਾ ਹੈ ਉਹਨੂੰ ਕੰਧ ਦੀ ਕੋਈ ਲੋੜ ਨਹੀਂ, ਇਸ ਕਰਕੇ ਕੰਧ ਦੇ ਵਿੱਚ ਉਹਨੇ ਹਿੱਸਾ ਨਹੀਂ ਪਾਣਾ। ਅੱਜ ਆਪਾਂ ਨੈਕਸਟ ਪਾਰਟ ਕੰਟੀਨਿਊ ਕਰਦੇ ਹਾਂ ਪੇਜ ਨੰਬਰ 31 ਤੋਂ। ਖਰਚ ਹਾਲੇ ਮੈਂ ਕਰ ਦਿੰਨਾ, ਤੂੰ ਫੇਰ ਕਰ ਦਈ, ਜਦ ਹੋਣਗੇ ਉਦੋਂ ਦੇ ਦੇਈ। ਸੋ ਦੂਜਾ ਪੁਆਇੰਟ ਤੁਸੀਂ ਇਸ ਚੀਜ਼ ਨੂੰ ਬਣਾਓਗੇ ਕਿ ਕਪੂਰ ਸਿੰਘ ਜਿਹੜਾ ਆ ਉਹ ਕਿਵੇਂ ਤਰਲੇ ਮਿੰਨਤਾਂ ਕਰਦਾ ਆ। ਫਿਰ ਜਦੋਂ ਸਭ ਤੋਂ ਪਹਿਲਾਂ ਉਹ ਕਹਿੰਦਾ ਨਾ ਕਿ ਜ਼ਿਆਦਾ ਖਰਚਾ ਮੈਂ ਕਰ ਦਿੰਨਾ, ਤੂੰ ਥੋੜਾ ਕਰ ਦੇ, ਤਾਂ ਦਰਬਾਰਾ ਨਹੀਂ ਮੰਨਦਾ, ਤਾਂ ਫਿਰ ਜਿਹੜਾ ਆ ਕਪੂਰ ਸਿੰਘ ਢੈਲਾ ਪੈਂਦਾ। ਕੀ ਕਹਿੰਦਾ ਹੈ ਕਿ ਖਰਚ ਜਿਹੜਾ ਆ ਦੀਵਾਰ ਬਣਾਉਣ 'ਤੇ ਜਿੰਨਾ ਖਰਚ ਹੋਣਾ ਆ ਹਜੇ ਕਪੂਰ ਸਿੰਘ ਖੁਦ ਕਰ ਲੈਂਦਾ ਆ, ਉਹਦੇ ਕੋਲ ਜਦੋਂ ਹੋਵੇ ਉਦੋਂ ਦੇਵੇ, ਕੋਈ ਕਾਲੀ ਨਹੀਂ ਹੈ। ਇਸ ਤਰ੍ਹਾਂ ਜਿਹੜਾ ਹੈ ਕਪੂਰ ਸਿੰਘ ਉਹਦੀਆਂ ਮਿੰਨਤਾਂ ਕਰਦਾ ਆ ਕਿ ਖਰਚ ਜਿਹੜਾ ਆ ਦੀਵਾਰ ਬਣਾਉਣ 'ਤੇ ਆਉਣਾ ਆ ਉਹ ਹਾਲੇ ਉਹ ਖੁਦ ਹੀ ਕਰ ਦਿੰਦਾ ਆ, ਉਹ ਫਿਰ ਬਾਅਦ 'ਚ ਦੇ ਦੇਵੇ, ਜਦੋਂ ਉਹਦੇ ਕੋਲ ਹੋਣਗੇ ਉਦੋਂ ਹੀ ਦੇ ਦੇਵੇ। ਕਹਿਣ ਤੋਂ ਕੀ ਭਾਵ ਆ ਕਿ ਕਪੂਰ ਸਿੰਘ ਦਰਬਾਰੇ ਦੇ ਨਾਲ ਹਰ ਤਰ੍ਹਾਂ ਸਹਿਮਤ ਹੋਣ ਦੇ ਲਈ ਤਿਆਰ ਸੀ, ਪਰ ਦਰਬਾਰਾ ਜਿਹੜਾ ਸੀ ਉਹ ਸਰਪੰਚ ਦੀ ਚੱਕ ਦੇ ਵਿੱਚ ਆ ਕੇ ਕਪੂਰ ਸਿੰਘ ਨਾਲ ਕਿਸੇ ਵੀ ਤਰ੍ਹਾਂ ਰਾਜ਼ੀ ਹੋਣ ਲਈ ਤਿਆਰ ਨਹੀਂ ਸੀ। ਮੈਂ ਐਵੇਂ ਤੇਰੀ ਜੁੱਤੀ ਹੇਠ ਆਵਾਂ, ਜੁੱਤੀ ਹੇਠ ਆਉਣਾ ਹੁੰਦਾ ਕਿਸੇ ਦੇ ਥੱਲੇ ਲੱਗਣਾ। ਹੁਣ ਇੱਥੇ ਇਹ ਜਿਹੜੇ ਆ ਭਾਵ ਕੀ ਸਪਸ਼ਟ ਕਰਦੇ ਆ ਕਿ ਕਪੂਰ ਸਿੰਘ ਨੂੰ ਕੰਧ ਦੀ ਲੋੜ ਸੀ, ਉਹ ਕੰਧ ਬਣਾਉਣੀ ਚਾਹੁੰਦਾ ਸੀ, ਦਰਬਾਰੇ ਨੂੰ ਕੰਧ ਦੀ ਬਹੁਤੀ ਲੋੜ ਨਹੀਂ ਸੀ, ਉਹ ਖੁਦ ਨਹੀਂ ਸੀ ਰਹਿੰਦਾ। ਇਸ ਕਰਕੇ ਜਿਹੜਾ ਆ ਦਰਬਾਰਾ ਕੀ ਕਹਿੰਦਾ ਸੀ ਕਿ ਉਹ ਬੇਮਤਲਬ ਤੋਂ ਖਰਚ ਕਰਕੇ ਕਿਉਂ ਉਹਦੇ ਹੇਠਾਂ ਲੱਗੇ। ਹੁਣ ਜਿਹੜਾ ਕਪੂਰ ਸਿੰਘ ਉਹ ਕਹਿੰਦਾ ਸੀ ਕਿ ਖਰਚ ਮੈਂ ਕਰ ਦਿੰਨਾ, ਹਜੇ ਉਹਦੇ ਹਿੱਸੇ ਦਾ ਉਹ ਬਾਅਦ ਵਿੱਚ ਦੇਵੇ, ਪਰ ਦਰਬਾਰਾ ਕਹਿੰਦਾ ਸੀ ਉਹ ਕਿਉਂ ਉਹਦੇ ਥੱਲੇ ਲੱਗੀ ਜਾਵੇ, ਐਵੇਂ ਕਿਉਂ, ਕਿਉਂਕਿ ਉਹਨੂੰ ਤਾਂ ਲੋੜ ਹੀ ਨਹੀਂ ਹੈ, ਇਸ ਕਰਕੇ ਉਹ ਕਿਉਂ ਖਰਚ ਚੱਕੇ। ਦਰਬਾਰਾ ਕਿਸੇ ਰਾਹ ਵੀ ਨਹੀਂ ਸੀ ਤੁਰਨ ਦਿੰਦਾ, ਕਿਸੇ ਰਾਹ ਤੁਰਨ ਨਹੀਂ ਦਿੰਦਾ, ਮਤਲਬ ਕਿਸੇ ਤਰ੍ਹਾਂ ਵੀ ਮੰਨਣ ਦੇ ਲਈ ਤਿਆਰ ਨਹੀਂ ਸੀ। ਭਾਈ ਜੇ ਮਿੱਤਰ ਹੋਵੇ ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀਂ, ਜੇ ਭਾਈ ਦੁਸ਼ਮਣ ਬਣ ਜਾਵੇ ਤਾਂ ਉਹਦੇ ਵਰਗਾ ਕੋਈ ਦੁਸ਼ਮਣ ਨਹੀਂ। ਭਾਈ ਮਤਲਬ ਭਰਾ। ਹੁਣ ਕਹਿੰਦੇ ਆ ਕਿ ਆਮ ਕਰਕੇ ਜਦੋਂ ਕੋਈ ਔਖੀ ਘੜੀ ਆਉਂਦੀ ਹੈ ਨਾ, ਔਖਾ ਸਮਾਂ ਆਉਂਦਾ ਆ, ਤਾਂ ਭਰਾ ਹੀ ਭਰਾ ਦਾ ਸਾਥ ਦਿੰਦਾ ਆ। ਇਸ ਕਰਕੇ ਭਰਾਵਾਂ ਵਰਗਾ ਹੋਰ ਕੋਈ ਇਸ ਦੁਨੀਆ ਦੇ ਵਿੱਚ ਸਾਥ ਨਹੀਂ ਹੈ। ਪਰ ਜੇ ਆਪਣਾ ਹੀ ਭਰਾ ਦੁਸ਼ਮਣ ਬਣ ਜਾਵੇ ਨਾ, ਤਾਂ ਉਸ ਤੋਂ ਵੱਡਾ ਕੋਈ ਦੁਸ਼ਮਣ ਨਹੀਂ, ਕਿਉਂਕਿ ਆਪਣਿਆਂ ਦੀ ਸੱਟ ਜਿਹੜੀ ਹੈ ਨਾ ਉਹ ਜ਼ਿਆਦਾ ਲੱਗਦੀ ਆ। ਜਿਹੜੇ ਤੁਹਾਡੇ ਦੁਸ਼ਮਣ ਹੁੰਦੇ ਆ ਉਹ ਤਾਂ ਪਤਾ ਹੀ ਆ ਕਿ ਤੁਹਾਨੂੰ ਹਮੇਸ਼ਾ ਤੁਹਾਡੀ ਪਿੱਠ ਦੇ ਵਿੱਚ ਛੁਰਾ ਹੀ ਮਾਰਨਗੇ, ਪਰ ਜੇ ਆਪਣੇ ਹੀ ਭਰਾ ਆ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗ ਜਾਣ ਨਾ, ਤਾਂ ਕਹਿ ਲਓ ਕਿ ਉਸ ਤੋਂ ਵੱਡਾ ਕੋਈ ਦੁਸ਼ਮਣ ਨਹੀਂ ਹੋ ਸਕਦਾ। ਟੁੰਡੇ ਲੰਬੜਦਾਰ, ਟੁੰਡਾ ਹੁੰਦਾ ਆ ਜਿਹਦੀ ਲੱਤ ਜਾਂ ਬਾਂਹ ਜਿਹੜੀ ਆ ਉਹ ਕੰਮ ਨਾ ਕਰਦੀ ਹੋਵੇ, ਟੁੰਡਾ ਹੋਵੇ। ਟੁੰਡੇ ਲੰਬੜਦਾਰ ਨੇ ਗੱਲ ਘੁਮਾਉਣੀ ਚਾਹੀ, ਲੈਣਾ ਦੇਣਾ ਬਣਿਆ ਹੋਇਆ ਹੀ ਹੈ, ਕੋਈ ਡਰ ਨਹੀਂ ਅੱਗੜ ਪਿੱਛੜ ਦਾ ਵੀ। ਕਪੂਰ ਸਿੰਘ ਦੀ ਹਾਲਤ ਉੱਤੇ ਉਹਨੂੰ ਤਰਸ ਆ ਗਿਆ। ਸੋ ਜਿਹੜਾ ਲੰਬੜਦਾਰ ਸੀ ਉਹ ਵੀ ਇਸ ਚੀਜ਼ ਨੂੰ ਸਮਝਦਾ ਸੀ ਕਿ ਕਪੂਰ ਸਿੰਘ ਉਸ ਸਮੇਂ ਬਹੁਤ ਔਖਾ ਆ, ਉਹਨੇ ਆਪਣਾ ਘਰ ਬਣਾਉਣਾ ਆ, 8 ਮਹੀਨਿਆਂ ਤੋਂ ਘਰੋਂ ਬੇਘਰ ਹੋਇਆ ਆ। ਉਹਦੀ ਹਾਲਤ 'ਤੇ ਤਰਸ ਕਰਦਿਆਂ ਹੋਇਆਂ ਉਹਨੇ ਵੀ ਦਰਬਾਰੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਦੁਨੀਆ ਦੇ ਵਿੱਚ ਲੈਣ ਦੇਣ ਬਣਿਆ ਹੋਇਆ ਆ, ਕੋਈ ਗੱਲ ਨਹੀਂ ਆ ਕਿ ਅੱਗੜ ਪਿੱਛੜ, ਕਿ ਜਦੋਂ ਤੇਰੇ ਕੋਲ ਹੋਏਗਾ ਉਦੋਂ ਦੇ ਦੇਈ, ਹੁਣੇ ਨਾ ਦੇ, ਪਰ ਜਿਹੜਾ ਆ ਉਹਨੂੰ ਕਪੂਰ ਸਿੰਘ ਦੀ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਆ। ਤੈਨੂੰ ਨਹੀਂ ਪਤਾ ਚਾਚਾ, ਦਰਬਾਰੇ ਨੇ ਝੱਟ ਤਾੜ ਦਿੱਤਾ। ਉਹ ਚੁੱਪ ਕਰ ਗਿਆ, ਕਿਹੜਾ ਲੱਕੜ ਤੋਂ ਆਪਣੀ ਹੇਠੀ ਕਰਾਵੇ। ਝੱਟ ਤਾੜ ਦਿੱਤਾ ਮਤਲਬ ਝੱਟ ਕਰਕੇ ਉਹਨੂੰ ਪਲਟ ਜਵਾਬ ਦਿੱਤਾ। ਹੁਣ ਜਦੋਂ ਲੰਬੜਦਾਰ ਨੇ ਦਰਬਾਰੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਦਰਬਾਰਾ ਹੋਰ ਤੈਸ਼ ਦੇ ਵਿੱਚ ਆਉਂਦਿਆਂ ਹੋਇਆਂ ਕੀ ਬੋਲਿਆ, ਉਹ ਚੁੱਪ ਕਰ ਗਿਆ, ਕਿਹੜਾ ਲੱਕੜ ਤੋਂ ਆਪਣੀ ਹੇਠੀ ਕਰਾਵੇ। ਲੱਕੜ ਹੁੰਦਾ ਆ ਜਿਹਦੇ ਅੰਦਰ ਮਨੁੱਖੀ ਭਾਵਨਾਵਾਂ ਨਾ ਹੋਣ, ਬਿਲਕੁਲ ਹਿਊਮਨ ਫੀਲਿੰਗਸ ਨਾ ਹੋਣ, ਹੇਠੀ ਹੁੰਦਾ ਬੇਇੱਜ਼ਤੀ ਕਰਾਵੇ। ਹੁਣ ਇੱਥੇ ਜਿਹੜਾ ਆ ਲੰਬੜਦਾਰ ਕੀ ਕਹਿਣਾ ਚਾਹੁੰਦਾ ਆ
ਕਿ ਕਿਹੜਾ ਬੰਦਾ ਲੱਕੜ ਵਾਂਗ, ਮਤਲਬ ਇੱਥੇ ਦਰਬਾਰੇ ਨੂੰ ਲੱਕੜ ਦਾ ਰੂਪ ਕਿਹਾ ਗਿਆ। ਕਿਉਂ? ਕਿਉਂਕਿ ਉਹਦੀਆਂ ਜਿਹੜੀਆਂ ਅੰਦਰੂਨੀ ਭਾਵਨਾਵਾਂ ਸੀਗੀਆਂ, ਜਿਹੜੀਆਂ ਆਪਣੇ ਭਰਾ ਦੇ ਪ੍ਰਤੀ ਦਇਆ ਦੀ ਭਾਵਨਾ ਸੀ, ਉਹ ਬਿਲਕੁਲ ਮਰ ਚੁੱਕੀ ਸੀ। ਉਸ ਸਮੇਂ ਉਹਦਾ ਦਿਲ ਜਿਹੜਾ ਸੀ ਉਹ ਲੱਕੜ ਦਾ ਬਣ ਚੁੱਕਾ ਸੀ, ਉਹ ਬਿਲਕੁਲ ਢੀਠ ਹੋ ਚੁੱਕਾ ਸੀ। ਔਰ ਇਸ ਕਰਕੇ ਜਿਹੜਾ ਲੰਬੜਦਾਰ ਹੈ ਉਹ ਕੀ ਕਹਿੰਦਾ ਆ ਕਿ ਕੌਣ ਲੱਕੜ ਤੋਂ ਆਪਣੀ ਹੇਠੀ ਕਰਾਵੇ, ਭਾਵ ਕਿ ਕੌਣ ਦਰਬਾਰੇ ਵਰਗਾ ਜਿਹੜਾ ਇਨਸਾਨ ਜਿਹਦੇ ਅੰਦਰ ਭਾਵਨਾਵਾਂ ਹੈ ਹੀ ਨਹੀਂ ਆ, ਉਹਦੇ ਕੋਲੋਂ ਆਪਣੀ ਬੇਇੱਜ਼ਤੀ ਕਰਾਵੇ। ਕਿਉਂਕਿ ਲੰਬੜਦਾਰ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ ਉਹਨੂੰ ਸਮਝਾਉਣ ਦੀ, ਪਰ ਉਹ ਨਹੀਂ ਸਮਝਿਆ। ਇਸ ਕਰਕੇ ਉਹ ਕਹਿੰਦਾ ਆ ਕਿ ਹੁਣ ਦਰਬਾਰਾ ਜਿਹੜਾ ਕਿ ਬਿਲਕੁਲ ਲੱਕੜ ਬਣ ਚੁੱਕਾ ਆ, ਜਿਹਦੇ ਉੱਪਰ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਆ, ਉਹ ਇਹੋ ਜਿਹੇ ਬੰਦੇ ਕੋਲੋਂ ਆਪਣੀ ਬੇਇੱਜ਼ਤੀ ਨਹੀਂ ਕਰਵਾ ਸਕਦਾ। ਕਪੂਰ ਸਿੰਘ ਦੁਖੀ ਹੋ ਗਿਆ, ਕੀ ਕਰੇ ਕੀ ਨਾ ਕਰੇ। ਇਹ ਬੇਈਮਾਨ ਕਿਸੇ ਪਾਸੇ ਵੀ ਨਹੀਂ ਮੰਨਦਾ। ਇਹ ਬੇਈਮਾਨ ਮਤਲਬ ਦਰਬਾਰਾ, ਕਿ ਕਪੂਰ ਸਿੰਘ ਜਿਹੜਾ ਸੀ ਉਹ ਪਰੇਸ਼ਾਨ ਹੋ ਗਿਆ, ਕਿਉਂਕਿ ਦਰਬਾਰਾ ਉਹਦੇ ਨਾਲ ਕਿਸੇ ਵੀ ਤਰ੍ਹਾਂ ਸਹਿਮਤ ਹੋਣ ਦੇ ਲਈ ਤਿਆਰ ਨਹੀਂ ਸੀ। ਪੱਲਿਓ 400 ਰੁਪਇਆ ਲਾ ਕੇ ਉਹਨਾਂ ਮੁਫਤ ਵਿੱਚ ਕੰਧ ਬਣਾ ਦਿਓ ਤਾਂ ਲੋੜ ਹੈ, ਜੇ ਅੱਧ ਮੰਗੋ ਤਾਂ ਲੋੜ ਨਹੀਂ। ਹੁਣ ਕਪੂਰ ਸਿੰਘ ਕੀ ਕਹਿੰਦਾ ਆ ਕਿ ਦਰਬਾਰਾ ਜਿਹੜਾ ਸੀ ਉਹ ਇੰਨਾ ਖਚਰਾ ਬਣ ਚੁੱਕਾ ਸੀ ਕਿ ਜੇਕਰ ਉਹਨੂੰ ਕਪੂਰ ਸਿੰਘ ਖੁਦ ਆਪਣੇ ਪੱਲਿਓਂ ਪੈਸੇ ਖਰਚ ਕੇ ਨਵੀਂ ਕੰਧ ਬਣਾ ਦਿੰਦਾ ਸੀ ਤਾਂ ਠੀਕ ਹੈ, ਪਰ ਜੇ ਉਹਦੇ ਕੋਲੋਂ ਕੰਧ ਬਣਾਉਣ ਦੇ ਵਿੱਚ ਹਿੱਸਾ ਮੰਗਦੇ ਸੀ ਤਾਂ ਫਿਰ ਉਹ ਅੱਗੋਂ ਆਕੜਦਾ ਸੀ ਤੇ ਕਹਿੰਦਾ ਸੀ ਕਿ ਉਹਨੂੰ ਕੰਧ ਦੀ ਲੋੜ ਨਹੀਂ ਆ। ਜਦਕਿ ਕਹਾਣੀ ਦੇ ਵਿੱਚ ਇਹ ਸਾਫ਼ ਸਿੱਧ ਹੋਇਆ ਆ ਕਿ ਕੰਧ ਦੀ ਜਿੰਨੀ ਲੋੜ ਕਪੂਰ ਸਿੰਘ ਨੂੰ ਸੀ ਉਨੀ ਦਰਬਾਰੇ ਨੂੰ, ਕਿਉਂਕਿ ਕੰਧ ਦੀ ਹਾਲਤ ਕਾਫੀ ਖਸਤਾ ਸੀ, ਛੱਤ ਵੀ ਝੁਕ ਚੁੱਕੀ ਸੀ ਤੇ ਕੰਧ ਵਿੱਚ ਕਈ ਥਾਂ ਤੇ ਮੋਰੀਆਂ ਵੀ ਪੈ ਚੁੱਕੀਆਂ ਸਨ। ਉਹ ਜਾਣਦਾ ਕੰਧ ਤਾਂ ਇਹਨੂੰ ਆਪਣੀ ਲੋੜ ਨੂੰ ਬਣਾਉਣੀ ਪੈਣੀ ਆ, ਕਿਉਂਕਿ ਦਰਬਾਰਾ ਜਿਹੜਾ ਸੀ ਇਸ ਚੀਜ਼ ਨੂੰ ਸਮਝਦਾ ਸੀ ਕਿ ਕਪੂਰ ਸਿੰਘ ਨੇ ਨਵਾਂ ਮਕਾਨ ਬਣਾਉਣਾ ਆ, ਕੰਧ ਤਾਂ ਉਹਨੂੰ ਬਣਾਉਣੀ ਪੈਣੀ ਆ। ਇਸ ਕਰਕੇ ਉਹ ਆਪਣੀ ਅੜੀ ਛੱਡਣ ਦੇ ਲਈ ਤਿਆਰ ਨਹੀਂ ਸੀ। ਉਹ ਕਿਉਂ ਖਾਮ-ਖਾਂ ਹਾਮੀ ਭਰੇ, ਖਾਮ-ਖਾਂ ਮਤਲਬ ਬਿਨਾਂ ਮਤਲਬ ਤੋਂ ਕੰਧ ਬਣਾਉਣ ਦੇ ਲਈ ਹਾਂ ਕਰੇ। ਸ਼ਤੀਰ ਉਹਦੇ ਕੋਈ ਲਾ ਹੀ ਨਹੀਂ ਸਕਦਾ ਕਿ ਜਿੰਨੀ ਦੇਰ ਤੱਕ ਦਰਬਾਰਾ ਉਹਨੂੰ ਮਨਜ਼ੂਰੀ ਨਹੀਂ ਦਿੰਦਾ ਉਦੋਂ ਤੱਕ ਕਪੂਰ ਸਿੰਘ ਜਿਹੜੀ ਆ ਉਹਦੀ ਕੰਧ ਢਾਹ ਕੇ ਨਵੀਂ ਕੰਧ ਨਹੀਂ ਬਣਾ ਸਕਦਾ। ਦਰਬਾਰਾ ਸਿਆ ਕਪੂਰ ਸਿੰਘ ਬਿਰ-ਬਿਰ ਕਰਨ ਲੱਗਾ। ਬਿਰ-ਬਿਰ ਮਤਲਬ ਜਿਹੜਾ ਬੁੜ-ਬੁੜ ਕਰਨ ਲੱਗ ਪਿਆ ਮੂੰਹ ਦੇ ਵਿੱਚ ਹੀ। ਮੇਰੇ ਹਾਲ ਕੰਨੀ ਦੇਖ, ਕਿੰਨਾ ਚਿਰ ਹੋ ਗਿਆ ਮੈਨੂੰ ਰੁਲਦੇ ਨੂੰ, ਹੁਣ ਤੂੰ ਐਵੇਂ ਅੜਿੱਕਾ ਨਾ ਡਾ। ਅੜਿੱਕਾ ਡਾ ਹੁੰਦਾ ਰੁਕਾਵਟ ਪਾਉਣੀ। ਜਿੱਕਣ ਕਹੇਗਾ ਓਕਣ ਕਰ ਲਾਂਗਾ। ਜਿੱਕਣ ਮਤਲਬ ਜਿਵੇਂ, ਓਕਣ ਮਤਲਬ ਉਸੇ ਤਰ੍ਹਾਂ। ਹੁਣ ਇਹ ਤੁਸੀਂ ਥਰਡ ਪੁਆਇੰਟ ਬਣਾ ਸਕਦੇ ਹੋ ਕਿ ਕਿਸ ਤਰ੍ਹਾਂ ਤਰਲੇ ਮਿੰਨਤਾਂ ਪਾਉਂਦਾ ਆ, ਕਿ ਉਹ ਦਰਬਾਰੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਆ ਕਿ ਮੇਰੇ ਹਾਲੇ ਕੰਨੀ ਦੇਖ, ਮਤਲਬ ਕਿ ਮੇਰੇ ਵੱਲ ਦੇਖ। ਕਪੂਰ ਸਿੰਘ ਕਹਿੰਦਾ ਕਿ ਮੇਰੇ ਹਾਲਾਤ ਵੱਲ ਦੇਖ ਕਿ ਕੀ ਹਾਲ ਹੋਏ ਪਏ ਆ। 8 ਮਹੀਨਿਆਂ ਤੋਂ ਘਰੋਂ ਬੇਘਰ ਹੋਇਆ ਆ, ਟੱਬਰ ਦਾ ਪਾਲਣ ਪੋਸ਼ਣ ਕਰਨਾ, ਨਵਾਂ ਘਰ ਬਣਾਉਣਾ ਉਹਦੇ ਲਈ ਵੀ ਔਖਾ ਹੋਇਆ ਪਿਆ, ਔਰ ਬੜੀ ਮੁਸ਼ਕਲ ਨਾਲ ਉਹਨੇ ਪੈਸਿਆਂ ਦਾ ਪ੍ਰਬੰਧ ਕੀਤਾ ਸੀ, ਔਰ ਕਿੰਨੀ ਦੇਰ ਹੋ ਗਈ ਸੀ ਉਹਨੂੰ ਘਰੋਂ ਬੇਘਰ ਹੋਏ ਨੂੰ, ਰੁਲਦੇ ਨੂੰ। ਇਸ ਕਰਕੇ ਜਿਹੜਾ ਆ ਉਹ ਦਰਬਾਰੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਆ ਕਿ ਤੂੰ ਹੁਣ ਉਹਦੇ ਘਰ ਬਣਾਉਣ ਦੇ ਵਿੱਚ ਰੁਕਾਵਟ ਨਾ ਪਾ, ਜਿਵੇਂ ਉਹ ਕਹੇਗਾ, ਜਿਸ ਤਰ੍ਹਾਂ ਕਹੇਗਾ ਉਹ ਉਸੇ ਤਰ੍ਹਾਂ ਹੀ ਕਰ ਲਵੇਗਾ। ਕਿ ਜੇਕਰ ਉਹ ਅੱਧੇ ਪੈਸੇ ਦੇਵੇਗਾ ਤਾਂ ਵੀ ਮੰਨ ਲਏਗਾ, ਜੇ ਉਹ ਹੁਣ ਪੈਸੇ ਦੇਵੇਗਾ ਜਾਂ ਬਾਅਦ ਵਿੱਚ ਦੇਵੇਗਾ, ਜ਼ਿਆਦਾ ਖਰਚਾ ਕਪੂਰ ਸਿੰਘ ਜਿਸ ਤਰ੍ਹਾਂ ਵੀ ਦਰਬਾਰਾ ਕਰਨ ਦੇ ਲਈ ਕਹੇਗਾ ਉਹ ਉਸੇ ਤਰ੍ਹਾਂ ਹੀ ਕਰ ਲਵੇਗਾ। ਸੋ ਕਹਿਣ ਤੋਂ ਕੀ ਭਾਵ ਹੈ ਕਿ ਕਪੂਰ ਸਿੰਘ ਦਰਬਾਰੇ ਨਾਲ ਹਰ ਤਰ੍ਹਾਂ ਸਹਿਮਤ ਹੋਣ ਲਈ ਤਿਆਰ ਸੀ। ਦਰਬਾਰੇ ਵਿੱਚ ਜਿਵੇਂ ਓਪਰੀ ਹਵਾ ਆ ਗਈ ਹੋਈ। ਓਪਰੀ ਹਵਾ ਹੁੰਦੀ ਆ ਕਿਸੇ ਦੇ ਕਹੇ ਦੇ ਵਿੱਚ ਆ ਜਾਣਾ, ਜਿਵੇਂ ਤੁਹਾਨੂੰ ਕੋਈ ਚੱਕ ਦੇਵੇ ਨਾ ਤੇ ਕਿਸੇ ਦੀ ਓਪਰੀ ਚੱਕ ਦੇ ਵਿੱਚ ਆ ਜਾਣਾ। ਬਿਨਾਂ ਅੱਖ ਮਿਲਾਏ ਉਹਨੇ ਕੋਰਾ ਹੋ ਕੇ ਆਖਿਆ, ਮੇਰਾ ਹਾਲ ਕਿਹੜਾ ਚੰਗਾ, ਮੈਂ ਤੇਰੇ ਹਾਲ ਕੰਨੀ ਦੇਖਾਂ। ਪਰ ਜਿਹੜਾ ਦਰਬਾਰਾ ਸੀ ਉਹਨੇ ਕੀ ਕੀਤਾ, ਉਹ ਓਪਰੀਆਂ ਜਿਹੜੀਆਂ ਸਰਪੰਚ ਦੀਆਂ ਚੱਕਾਂ ਸੀ ਉਹਦੇ ਵਿੱਚ ਆ ਕੇ ਉਹਨੂੰ ਕੀ ਬੋਲਦਾ ਆ ਕਿ ਜੇਕਰ ਤੇਰਾ ਹਾਲ ਮਾੜਾ ਆ ਤੇ ਉਹਦਾ ਹਾਲ ਕਿਹੜਾ ਬਹੁਤ ਚੰਗਾ ਆ, ਉਹ ਵੀ ਉਹਦੇ ਵਰਗਾ ਹੀ ਮਾਤੜ ਸਾਥੀ ਆ। ਪਟਵਾਰੀ, ਸਰਪੰਚ, ਲੰਬੜਦਾਰ ਅਤੇ ਹੋਰ ਸਾਰੇ ਚੁੱਪ ਕਰਕੇ ਸੁਣਦੇ ਰਹੇ। ਕਪੂਰ ਸਿੰਘ ਨੇ ਹੋਰ ਮੁੜ ਕੇ ਹੋਰ ਸਮਾਈ ਨਾਲ ਆਖਿਆ, ਹੋਰ ਸਮਾਈ ਮਤਲਬ ਹੋਰ ਨੀਵੇਂ ਹੋ ਕੇ ਆਖਿਆ, ਡੂੜ ਇੱਟ ਦੀ ਨਾ ਸਹੀ, ਇੱਕ ਇੱਟ ਦੀ ਕਰ ਲੈ। ਹੁਣ ਜਿਹੜੀਆਂ ਆ ਆਮ ਕਰਕੇ ਜਿਹੜੀਆਂ ਬਾਹਰਲੀਆਂ ਕੰਧਾਂ ਹੁੰਦੀਆਂ ਆ ਉਹ ਦੋਹਰੀਆਂ ਬਣਦੀਆਂ, ਕਿਉਂਕਿ ਦੋਨਾਂ ਘਰਾਂ ਦੀਆਂ ਜਿਹੜੀਆਂ ਕੰਧਾਂ ਉੱਤੇ ਖੜੀਆਂ ਹੋਣੀਆਂ ਹੁੰਦੀਆਂ ਆ। ਇਸ ਕਰਕੇ ਜਿਹੜਾ ਕਪੂਰ ਸਿੰਘ ਆ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਜੇਕਰ ਕੰਧ ਡੂੜ ਇੱਟ ਦੀ ਨਹੀਂ ਬਣਾਉਣੀ ਤਾਂ ਇੱਕ ਇੱਟ ਦੀ ਹੀ ਕਰ ਲੈ, ਕਮ ਸੇ ਕਮ ਕੰਧ ਬਣਾਉਣ ਦੇ ਲਈ ਉਹ ਹਾਮੀ ਭਰ ਦੇ। ਕੱਚੀ ਕਰ ਲੈ, ਕੱਚੀ ਨਾ ਪੱਕੀ। ਜੇਕਰ ਉਹ ਪੱਕੀ ਕੰਧ ਵਿੱਚ ਹਿੱਸਾ ਨਹੀਂ ਪਾਉਣਾ ਚਾਹੁੰਦਾ ਤੇ ਕਮ ਸੇ ਕਮ ਕੱਚੀ ਕੰਧ ਨਵੀਂ ਬਣਾਉਣ ਦੇ ਲਈ ਉਹ ਸਹਿਮਤ ਹੋ ਜਾਵੇ। ਪਰ ਦਰਬਾਰਾ ਜਿਹੜਾ ਸੀ ਉਹ ਨਾ ਕੱਚੀ ਤੇ ਨਾ ਪੱਕੀ ਕਿਸੇ ਵੀ ਕੰਧ ਨੂੰ ਬਣਾਉਣ ਦੇ ਲਈ ਤਿਆਰ ਨਹੀਂ ਸੀ।
ਚੱਲ ਤੂੰ ਇੱਟਾਂ ਦਾ ਹੀ ਅੱਧ ਦੇ ਦੇ। ਹੁਣ ਇੱਥੇ ਜਿਹੜੀ ਆ ਹੋਰ ਕਪੂਰ ਸਿੰਘ ਹੋਰ ਨੀਵਾਂ ਹੋ ਗਿਆ। ਪਹਿਲਾਂ ਉਹ ਉਹਦੇ ਕੋਲੋਂ ਕੰਧ ਬਣਾਉਣ ਦੇ ਲਈ ਅੱਧਾ ਹਿੱਸਾ ਮੰਗਦਾ ਸੀ, ਕਿਉਂਕਿ ਕੰਧ ਦੋਨਾਂ ਘਰਾਂ ਦੇ ਕੰਮ ਆਉਣੀ ਸੀ, ਇਸ ਕਰਕੇ ਉਹ ਉਹਦੇ ਕੋਲ ਅੱਧਾ ਹਿੱਸਾ ਮੰਗਦਾ ਸੀ। ਪਰ ਜਦੋਂ ਦਰਬਾਰਾ ਨਹੀਂ ਮੰਨਿਆ ਤਾਂ ਉਹਨੇ ਇਹ ਚਾਹਿਆ ਕਿ ਉਹ ਉਹਦੇ ਉੱਪਰ ਜ਼ਿਆਦਾ ਖਰਚਾ ਪਾ ਦੇਵੇ, ਆਪ ਘੱਟ ਦੇਵੇ, ਤਾਂ ਵੀ ਦਰਬਾਰੇ ਨੇ ਹਾਮੀ ਨਹੀਂ ਭਰੀ। ਫਿਰ ਉਹਨੇ ਉਹਨੂੰ ਕਿਹਾ ਕਿ ਤੂੰ ਜਿਹੜਾ ਆ ਜਦੋਂ ਤੇਰੇ ਕੋਲ ਹੋਣਗੇ ਉਦੋਂ ਦੇ ਦੀ, ਤਾਂ ਵੀ ਦਰਬਾਰੇ ਨੇ ਹਾਮੀ ਨਾ ਭਰੀ। ਫਿਰ ਉਹਨੇ ਅੱਗੋਂ ਕਿਹਾ ਕਿ ਉਹ ਜਿਵੇਂ ਕਹੇਗਾ ਉਹ ਉਵੇਂ ਕਰੇਗਾ, ਤਾਂ ਵੀ ਦਰਬਾਰੇ ਨੇ ਹਾਮੀ ਨਾ ਭਰੀ। ਤਾਂ ਫਿਰ ਉਹ ਹੋਰ ਜਿਹੜਾ ਆ ਢੈਲਾ ਹੋ ਕੇ ਨੀਵਾਂ ਹੋ ਕੇ ਕੀ ਆਖਦਾ ਆ ਕਿ ਜੇਕਰ ਉਹਨੇ ਇੰਨਾ ਖਰਚਾ ਨਹੀਂ ਚੱਕਣਾ ਤਾਂ ਕਮ ਸੇ ਕਮ ਕੰਧ ਬਣਾਉਣ ਦੇ ਲਈ ਜਿੰਨੀਆਂ ਇੱਟਾਂ ਲੱਗਣੀਆਂ ਹੈ ਨਾ, ਉਹਨਾਂ ਇੱਟਾਂ ਦਾ ਅੱਧ ਖਰਚ ਹੀ ਉਹਨੂੰ ਦੇ ਦੇਵੇ। ਮਜ਼ਦੂਰੀ ਨਾ ਸਹੀ, ਮਤਲਬ ਜਿਹੜੀ ਉਹ ਦੀਵਾਰ ਨੂੰ ਬਣਾਉਣ ਦੇ ਲਈ ਲੇਬਰ ਦੇਣੀ ਪੈਣੀ ਆ, ਮਜ਼ਦੂਰੀ ਦੇਣੀ ਪੈਣੀ ਆ, ਉਹ ਛੱਡ ਦੇਵੇ। ਉਹਨੇ ਹੋਰ ਕਾਪ ਖਾਧੀ ਮਤਲਬ ਘਾਟਾ ਖਾਧਾ। ਕਪੂਰ ਸਿੰਘ ਜਿਹੜਾ ਸੀ ਉਹ ਜ਼ਿਆਦਾ ਘਾਟਾ ਖਾਣ ਦੇ ਲਈ ਤਿਆਰ ਸੀ, ਕਿਉਂਕਿ ਉਹਨੂੰ ਕੰਧ ਦੀ ਲੋੜ ਸੀ। ਪਰ ਦਰਬਾਰਾ ਤਾਂ ਇੱਥੇ ਆਟੇ ਦਾ ਸ਼ੀਸ਼ ਸੀ, ਹੋਰ ਵਿਗੜ ਹੋ ਕੇ ਆਟੇ ਦਾ ਸ਼ੀਸ਼ ਮਤਲਬ ਆਟੇ ਦਾ ਸੱਪ ਬਣਿਆ ਹੋਇਆ ਸੀ। ਉਹਨੇ ਇਸ ਸਮੇਂ ਜਿਹੜਾ ਆ ਉਹ ਸੱਪ ਦਾ ਰੂਪ ਧਾਰਨ ਕੀਤਾ ਹੋਇਆ ਸੀ। ਜਿੱਦਾਂ ਜਿੱਦਾਂ ਕਪੂਰ ਸਿੰਘ ਉਹਦੀਆਂ ਮਿੰਨਤਾਂ ਪਾਈ ਜਾਂਦਾ ਸੀ, ਉਹ ਹੋਰ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਸੀ। ਹੋਰ ਵਿਗੜ ਕੇ ਬੋਲਿਆ, ਜਦ ਮੈਂ ਕੇਰਾ ਕਹਿ ਦਿੱਤਾ ਮੈਨੂੰ ਲੋੜ ਨਹੀਂ, ਮੈਂ ਨਹੀਂ ਕਰਨੀ, ਮੈਨੂੰ ਨਾ ਕਹੀ। ਪਰ ਜਿਹੜਾ ਸੀ ਦਰਬਾਰਾ ਹੋਰ ਵਿਗੜ ਕੇ ਆਖਦਾ ਹੈ ਕਿ ਉਹਨੂੰ ਕੰਧ ਦੀ ਲੋੜ ਨਹੀਂ ਹੈ। ਉਹਨੇ ਇੱਕ ਵਾਰੀ ਮਨਾ ਕਰ ਦਿੱਤਾ, ਇਸ ਕਰਕੇ ਉਹਨੇ ਕੰਧ ਬਣਾਉਣ ਦੇ ਵਿੱਚ ਕੋਈ ਵੀ ਹਿੱਸਾ ਨਹੀਂ ਪਾਉਣਾ। ਜੇ ਕੰਧ ਕਪੂਰ ਸਿੰਘ ਵੀ ਕਰੇ ਤਾਂ ਵੀ ਢਾਉਣ ਵੇਲੇ ਤਾਂ ਆਧੀ ਦਾ ਘੋਲ ਹੋਣਾ ਜ਼ਰੂਰੀ ਹੈ। ਹੁਣ ਮੁਸੀਬਤ ਇਹ ਸੀ ਕਿ ਜੇਕਰ ਦਰਬਾਰਾ ਕੰਧ ਵਿੱਚ ਹਿੱਸਾ ਨਾ ਵੀ ਪਾਵੇ, ਪਰ ਤਾਂ ਵੀ ਜਦੋਂ ਨਵੀਂ ਕੰਧ ਬਣਨੀ ਸੀ ਤਾਂ ਕੰਧ ਬਣਨੀ ਤਾਂ ਪੁਰਾਣੀ ਢਾਹ ਕੇ ਹੀ ਸੀ ਤੋੜ ਕੇ, ਇਸ ਕਰਕੇ ਉੱਥੇ ਦਰਬਾਰੇ ਦਾ ਆਦੀ ਮਤਲਬ ਜਿਹੜਾ ਉਸ ਕੰਧ ਦਾ ਅੱਧਾ ਮਾਲਕ ਸੀ ਉਹਦਾ ਉੱਥੇ ਮੌਜੂਦ ਹੋਣਾ ਬਹੁਤ ਜ਼ਰੂਰੀ ਸੀ। ਆਪਣੇ ਘਰ ਨੂੰ ਸਾਂਭਣਾ, ਸ਼ਤੀਰਾਂ ਹੇਠ ਥੰਮੀਆਂ, ਜਿਹੜੇ ਕਹਿ ਲਓ ਛੱਤ ਪਾਉਣ ਦੇ ਸਮੇਂ ਉੱਪਰ ਫੱਟੇ ਰੱਖੇ ਜਾਂਦੇ ਨਾ, ਉਹਨਾਂ ਦੇ ਥੱਲੇ ਬਾਲੇ ਦੇਣੇ ਹੁੰਦੇ ਆ ਸਪੋਰਟ ਦੇ ਲਈ, ਥੰਮੀਆਂ ਦੇਣੀਆਂ ਉਹਨਾਂ ਨੂੰ, ਜਿਹੜਾ ਆ ਬਾਲਿਆਂ ਨੂੰ ਥੰਮੀਆਂ ਕਹਿੰਦੇ, ਸਪੋਰਟ ਜਿਹੜੀ ਦਿੱਤੀ ਜਾਂਦੀ ਆ। ਉਹਨੇ ਫਿਰ ਵੀ ਠਰਮੇ ਨਾਲ ਆਖਿਆ, ਪਰ ਤੇਰੀ ਰਜ਼ਾਬੰਦੀ ਬਿਨਾਂ ਮੈਂ ਕੰਧ ਨੂੰ ਛੇੜਾਂ ਵੀ ਕਿਵੇਂ? ਤੂੰ ਕੋਲ ਤਾਂ ਖੜ, ਕੰਧ ਬਣੂਗੀ ਤਾਂ ਢਹਿ ਕੇ ਹੀ। ਸੋ ਅਖੀਰ ਕਪੂਰ ਸਿੰਘ ਨੇ ਉਹਨੂੰ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਖਰ ਕੰਧ ਜਿਹੜੀ ਨਵੀਂ ਬਣਨੀ ਹੈ ਉਹ ਬਣਨੀ ਤਾਂ ਉਦੋਂ ਹੀ ਹੈ ਨਾ ਜਦੋਂ ਨਵੀਂ ਕੰਧ ਬਣਾਉਣ ਤੋਂ ਪਹਿਲਾਂ ਪੁਰਾਣੀ ਨੂੰ ਢਾਇਆ ਜਾਵੇਗਾ, ਤੋੜਿਆ ਜਾਵੇਗਾ। ਇਸ ਕਰਕੇ ਕਮ ਸੇ ਕਮ ਜੇਕਰ ਉਹ ਹਿੱਸਾ ਨਹੀਂ ਵੀ ਪਾਉਣਾ ਚਾਹੁੰਦਾ ਤਾਂ ਕੋਲ ਤਾਂ ਆ ਕੇ ਉਹਨੂੰ ਖੜੇ ਹੋਣਾ ਹੀ ਚਾਹੀਦਾ, ਤਾਂ ਕਿ ਕੰਧ ਜਿਹੜਾ ਹੈ ਢਾਉਣ ਦੇ ਸਮੇਂ ਉਹ ਆਪਣੇ ਮਕਾਨ ਦਾ ਧਿਆਨ ਰੱਖ ਸਕੇ। ਮੈਂ ਤਾਂ ਸਰਦਾਰ ਜੀ ਅੱਗ ਨਹੀਂ ਲਾਉਣ ਜਾਂਦਾ ਕੰਧ ਨੂੰ, ਤੂੰ ਕਹਿਣਾ ਕੋਲ ਖੜ, ਮੈਨੂੰ ਚੱਟੀ ਪਈ ਹੈ। ਸੋ ਜਿਹੜਾ ਹੈ ਦਰਬਾਰਾ ਹੋਰ ਤੈਸ਼ ਦੇ ਵਿੱਚ, ਗੁੱਸੇ ਦੇ ਵਿੱਚ ਆ ਕੇ ਕਹਿੰਦਾ ਆ, ਚੱਟੀ ਮਤਲਬ ਫਾਇਦਾ। ਸੋ ਦਰਬਾਰਾ ਕੀ ਕਹਿੰਦਾ ਹੈ ਕਿ ਮੈਂ ਤਾਂ ਉੱਥੇ ਇੱਕ ਮਿੰਟ ਵੀ ਖੜਨਾ ਨਹੀਂ ਹੈ, ਮੈਨੂੰ ਉੱਥੇ ਖੜਨ ਦਾ ਕੀ ਫਾਇਦਾ ਆ, ਜਦੋਂ ਉਹਨੇ ਕੰਧ ਨਵੀਂ 'ਚ ਹਿੱਸਾ ਪਾਉਣਾ ਹੀ ਨਹੀਂ ਹੈ, ਢਾਉਣੀ ਹੀ ਨਹੀਂ ਹੈ ਉਹਨੇ ਕੰਧ, ਤਾਂ ਫਿਰ ਉਹਨੂੰ ਉੱਥੇ ਖੜਨ ਦਾ ਕੀ ਫਾਇਦਾ। ਨਾ ਵੀ ਵਿੱਚੋਂ ਹੀ ਕਿਸੇ ਨੇ ਦਰਬਾਰ ਦੀ ਗੱਲ ਤੋਂ ਆਖਿਆ, ਆ ਤਾਂ ਬਹਿ ਜਾਇਆ। ਤਾਂ ਜਿਹੜਾ ਆ ਵਿੱਚੋਂ ਹੀ ਜਿਹੜੇ ਬੰਦੇ ਕਹਿ ਲਓ ਕਪੂਰ ਸਿੰਘ ਨਾਲ ਥੋੜ੍ਹੇ ਸਹਿਮਤ ਸੀ, ਉਹਨਾਂ ਨੇ ਦਰਬਾਰੇ ਨੂੰ ਸਮਝਾਉਣ ਦੀ ਵੀ ਜਿਹੜੀ ਸੀ ਕੋਸ਼ਿਸ਼ ਕੀਤੀ ਕਿ ਆ ਤਾਂ ਬਹਿ ਜਾਇਆ, ਕਿ ਇਹ ਜਿਹੜੀ ਹੈ ਗੱਲ ਸਹੀ ਨਹੀਂ ਹੈ, ਕਿ ਤੁਹਾਨੂੰ ਜਿਹੜਾ ਆ ਆਰਾਮ ਦੇ ਨਾਲ ਦੋਨਾਂ ਧਿਰਾਂ ਨੂੰ ਬੈਠ ਕੇ ਗੱਲ ਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੀਦਾ, ਇਹ ਗੱਲ ਜਿਹੜੀ ਹੈ ਸਰਾਸਰ ਸਹੀ ਨਹੀਂ। ਹੁਣ ਤੱਕ ਕਪੂਰ ਸਿੰਘ ਨੂੰ ਵੀ ਅੱਗ ਲੱਗ ਗਈ, ਇਹਨੂੰ ਕਹਿੰਦੇ ਨੇ ਸ਼ਰੀਕ। ਉਹਨੇ ਦਿਲ ਵਿੱਚ ਆਖਿਆ, ਬੰਦਾ ਕਿੱਥੋਂ ਕੁ ਤੱਕ ਸਬਰ ਕਰਦਾ ਰਹੇ, ਤਾਂ ਵੀ ਉਹ ਤੱਤ ਨੂੰ ਮਾਰ ਕੇ, ਤੱਤ ਮਤਲਬ ਗੁੱਸੇ ਨੂੰ ਮਾਰ ਕੇ, ਪਰ ਥੋੜਾ ਤੇਜ਼ ਹੋ ਕੇ ਬੋਲਿਆ, ਜੇ ਮੈਂ ਬਣਾ ਲਾ ਤੂੰ ਤਾਂ ਸ਼ਤੀਰ ਧਰਨ ਤਾਂ ਨਹੀਂ ਧਰੇਗਾ ਮੇਰੀ ਕੰਧ ਉੱਤੇ। ਤਾਂ ਜਦੋਂ ਕਪੂਰ ਸਿੰਘ ਜਿਹੜਾ ਸੀ ਉਹਦੀ ਵੀ ਬੱਸ ਹੋ ਗਈ। ਅਖੀਰ ਉਹਨੇ ਜਦੋਂ ਦੇਖਿਆ ਕਿ ਦਰਬਾਰਾ ਉਹਦੀ ਕਿਸੇ ਤਰ੍ਹਾਂ ਵੀ ਗੱਲ ਮੰਨਣ ਦੇ ਲਈ ਤਿਆਰ ਨਹੀਂ ਆ, ਤਾਂ ਉਹਨੇ ਗੁੱਸਾ ਬੇਸ਼ੱਕ ਉਹਨੂੰ ਵੀ ਚੜਿਆ, ਪਰ ਫਿਰ ਉਹਨੇ ਆਪਣੇ ਗੁੱਸੇ ਨੂੰ ਕਾਬੂ ਕਰਦੇ ਹੋਏ ਕਿਹਾ ਕਿ ਜੇਕਰ ਉਹ ਖੁਦ ਕੰਧ ਬਣਾ ਲਵੇ ਤਾਂ ਤੂੰ ਸ਼ਤੀਰ ਤਾਂ ਨਹੀਂ ਧਰੇਗਾ ਮੇਰੀ ਕੰਧ ਉੱਤੇ, ਕਿ ਜੇਕਰ ਉਹ ਆਪਣੇ ਮਕਾਨ ਦੇ ਲਈ ਕੰਧ ਬਣਾ ਲਵੇ ਤਾਂ ਜਦੋਂ ਉਹ ਆਪਣਾ ਮਕਾਨ ਬਣਾਏਗਾ ਤਾਂ ਉਹਦੀ ਕੰਧ ਦੇ ਉੱਪਰ ਤਾਂ ਜਿਹੜਾ ਆ ਆਪਣੀ ਨਵੀਂ
ਜਿਹੜੀ ਉਹਨੇ ਆਪਣਾ ਮਕਾਨ ਬਣਾਉਣਾ ਆ ਉਹਦੇ ਲਈ ਸ਼ਤੀਰ ਤਾਂ ਨਹੀਂ ਧਰੇਗਾ। ਕਹਿਣ ਤੋਂ ਕੀ ਭਾਵ ਆ, ਹੁਣ ਤੁਸੀਂ ਜਦੋਂ ਬਾਉਂਡਰੀ ਵਾਲ ਬਣਾਉਂਦੇ ਆ ਤਾਂ ਉਹ ਡਬਲ ਬਣਦੀ ਆ। ਇੱਕ ਕੰਧ ਜਿਹੜੀ ਆ ਉੱਤੇ ਇੱਕ ਘਰ ਦੀ ਛੱਤ ਦੀ ਜਿਹੜੀ ਨੀਂਹ ਰੱਖੀ ਜਾਂਦੀ ਹੈ ਤੇ ਦੂਸਰੇ ਪਾਸੇ ਦੂਸਰੇ, ਪਰ ਜੇਕਰ ਕੰਧ ਹੋਵੇ ਇੱਕ ਇੱਟ ਦੀ ਤਾਂ ਫਿਰ ਉੱਥੇ ਦੋਨਾਂ ਘਰਾਂ ਦੀਆਂ ਜਿਹੜੀਆਂ ਕੰਧਾਂ ਟਿਕਣੀਆਂ, ਛੱਤ ਟਿਕਣੀ ਮੁਸ਼ਕਲ ਆ। ਇਸ ਕਰਕੇ ਜਿਹੜਾ ਕਪੂਰ ਸਿੰਘ ਆ ਉਹਨੂੰ ਕਹਿੰਦਾ ਕਿ ਜੇਕਰ ਮੈਂ ਆਪਣੀ ਕੰਧ ਬਣਾ ਲਾਂ ਤਾਂ ਤੂੰ ਆਪਣੇ ਘਰ ਦੀ ਜਿਹੜੀ ਹੈਗੀ ਆ ਸ਼ਤੀਰ ਤਾਂ ਨਹੀਂ ਧਰੇਗਾ ਮੇਰੀ ਕੰਧ ਤੇ। ਸ਼ਤੀਰ ਧਰਨੋਂ ਮੈਨੂੰ ਕਿਹੜਾ ਹਟਾ ਸਕਦਾ, ਮੈਂ ਮਾਲਕ ਆ ਕੰਧ ਦਾ। ਦਰਬਾਰੇ ਨੇ ਹਿੱਕ ਥਾਪੜੀ, ਹਿੱਕ ਮਤਲਬ ਛਾਤੀ ਜਿਹੜੀ ਸੀ ਉਹਨੂੰ ਠੋਕਦਾ ਹੋਇਆ ਬੋਲਿਆ ਕਿ ਉਹ ਉਸ ਕੰਧ ਦਾ ਮਾਲਕ ਹੈ, ਕੌਣ ਰੋਕ ਸਕਦਾ ਉਹਨੂੰ ਉੱਥੇ ਸ਼ਤੀਰ ਧਰਨ ਤੋਂ। ਤੇਰੀ ਇਕੱਲੇ ਦੀ ਹੈ ਕੰਧ, ਮੈਂ ਨਹੀਂ, ਤੂੰ ਬਹੁਤਾ ਮਾਲਕ ਹੈ। ਜੇ ਭਖੇ ਨਾ ਕਪੂਰ ਸਿੰਘ ਤਾਂ ਕੀ ਕਰੇ। ਸੋ ਕਪੂਰ ਸਿੰਘ ਜਿਹੜਾ ਸੀ ਉਹ ਵੀ ਵਿਚਾਰਾ ਗੁੱਸੇ ਦੇ ਵਿੱਚ ਕਦੋਂ ਕੁ ਤੱਕ ਸਹਿਣ ਕਰਦਾ, ਤਾਂ ਉਹਨੇ ਕਹਿ ਹੀ ਦਿੱਤਾ ਕਿ ਤੂੰ ਕੱਲਾ ਥੋੜ੍ਹੇ ਆ ਮਾਲਕ, ਮਾਲਕ ਤਾਂ ਦੋਨੋਂ ਹੀ ਸੀ ਕੰਧ ਦੇ, ਕਿਉਂਕਿ ਉਹਦਾ ਮਕਾਨ ਵੀ ਨਾਲ ਹੀ ਲੱਗਦਾ ਸੀ ਉਸ ਕੰਧ ਦੇ। ਦਰਬਾਰੇ ਨੇ ਹੋਰ ਉਲਟੀ ਤੜੀ ਮਾਰੀ, ਮੈਂ ਤਾਂ ਜੀ ਸਰਦਾਰ ਜੀ ਤੇਰੇ ਉੱਤੇ ਅਰਜੀ ਦੇਣੀ ਹੈ, ਤੂੰ ਭਾਲਦਾ ਅੱਧ ਤੇਰਾ ਕੋਠਾ ਢਹਿਣ ਨਾਲ ਕੰਧ ਹੋ ਗਈ ਨੰਗੀ। ਜੋ ਮੀਂਹਾਂ ਵਿੱਚ ਨੰਗੀ ਕੰਧ ਮੇਰਾ ਕੋਠਾ ਲੈ ਕੇ ਬਹਿ ਗਈ ਤਾਂ ਕੌਣ ਹੋਇਆ ਜ਼ਿੰਮੇਵਾਰ। ਜਿਹੜਾ ਦਰਬਾਰਾ ਸੀ ਉਹ ਕੋਈ ਗੱਲ ਮੰਨਣ ਲਈ ਤਿਆਰ ਨਹੀਂ ਸੀ, ਸਗੋਂ ਉਹ ਉਲਟਾ ਕਪੂਰ ਸਿੰਘ ਨੂੰ ਧਮਕਾਉਣਾ ਚਾਹੁੰਦਾ ਸੀ ਕਿ ਉਹਨੇ ਜਿਹੜਾ ਹੈ ਸਰਕਾਰ ਨੂੰ ਅਰਜੀ ਦੇ ਦੇਣੀ ਹੈ ਉਹਦੇ ਖਿਲਾਫ, ਕਿ ਉਹਨੇ ਜਿਹੜੀ ਹੈ ਮੀਂਹ ਪੈਣ ਕਰਕੇ ਜਦੋਂ ਉਹਦਾ ਮਕਾਨ ਢੱਠਿਆ ਆ ਤਾਂ ਮਕਾਨ ਢੱਠਣ ਦੇ ਨਾਲ, ਕੋਠਾ ਢਹਿਣ ਦੇ ਨਾਲ ਉਹਦੀ ਜਿਹੜੀ ਕੰਧ ਹੈ ਨੰਗੀ ਹੋ ਗਈ, ਕਿਉਂਕਿ ਛੱਤ ਤਾਂ ਸਾਰੀ ਡਿੱਗ ਪਈ ਸੀ ਤੇ ਇਕੱਲੀ ਕੰਧ ਹੀ ਰਹਿ ਗਈ ਸੀ। ਇਸ ਕਰਕੇ ਜਿਹੜਾ ਹੈ ਉਹ ਕੀ ਕਹਿੰਦਾ ਕਿ ਉਹਨੇ ਜਿਹੜਾ ਹੈ ਉਹ ਅਰਜੀ ਦੇ ਦੇਣੀ ਹੈ ਕਪੂਰ ਸਿੰਘ ਦੇ ਖਿਲਾਫ ਕਿ ਉਹਦੀ ਜਿਹੜੀ ਹੈ ਛੱਤ ਡਿੱਗਣ ਕਰਕੇ ਉਹਦੀ ਕੰਧ ਨੰਗੀ ਹੋ ਗਈ ਹੈ, ਛੱਤ ਉਹਦੇ ਉੱਪਰ ਰਹੀ ਨਹੀਂ ਹੈ। ਜੋ ਮੀਂਹਾਂ ਦੇ ਵਿੱਚ ਨੰਗੀ ਕੰਧ ਮੇਰਾ ਕੋਠਾ ਲੈ ਕੇ ਬਹਿ ਗਈ। ਹੁਣ ਜੇਕਰ ਉਹਦੀ ਕੰਧ ਦੀ ਛੱਤ ਡਿੱਗੇ ਤਾਂ ਉਹਦੇ ਨਾਲ ਨੁਕਸਾਨ ਤਾਂ ਜਿਹੜਾ ਸੀ ਉਹ ਦਰਬਾਰੇ ਦੇ ਵੀ ਕੋਠੇ ਨੂੰ ਹੋਣਾ ਸੀ, ਛੱਤ ਨੂੰ ਹੋਣਾ ਸੀ, ਕਿਉਂਕਿ ਉਹਦਾ ਵੀ ਜਿਹੜਾ ਸੀ ਥੱਲੋਂ ਬੇਸ ਵਿਗੜ ਗਿਆ ਸੀ, ਉਹ ਛੱਤ ਥੱਲੇ ਨੂੰ ਝੁਕ ਗਈ ਸੀਗੀ ਉਹਦੀ। ਇਸ ਕਰਕੇ ਉਹ ਉਲਟਾ ਕਪੂਰ ਸਿੰਘ ਤੇ ਪੈ ਗਿਆ ਕਿ ਉਹ ਤਾਂ ਅੱਧ ਭਾਲਦਾ ਫਿਰਦਾ ਆ, ਉਹਨੂੰ ਅੱਧ ਤਾਂ ਕੀ ਲੱਭਣਾ, ਸਗੋਂ ਉਹਨੇ ਉਹਦੇ ਖਿਲਾਫ ਅਰਜੀ ਦੇ ਦੇਣੀ ਆ ਕਿ ਉਹਦੀ ਜਿਹੜੀ ਆ ਛੱਤ ਡਿੱਗਣ ਕਰਕੇ ਉਹਦੀ ਵੀ ਕੰਧ ਨੂੰ ਬਹੁਤ ਨੁਕਸਾਨ ਹੋਇਆ ਹੈ। ਹੁਣ ਤੱਕ ਕਪੂਰ ਸਿੰਘ ਹੋਰ ਵੀ ਭੜਕ ਗਿਆ, ਤੂੰ ਲਾ ਲਈ ਜਿਹੜਾ ਜ਼ੋਰ ਲਾਉਣਾ, ਮੈਂ ਜਾਣਦਾ ਜਿਹੜਾ ਵਕੀਲ ਤੇਰੇ ਅੰਦਰ ਬੋਲਦਾ। ਹੁਣ ਇੱਥੇ ਜਿਹੜਾ ਹੈ ਕਿਹੜਾ ਵਕੀਲ ਬੋਲਦਾ ਹੈ ਉਹਦੇ ਅੰਦਰ, ਸਰਪੰਚ ਬੋਲਦਾ ਸੀ। ਅਰਜੀ ਦਊ ਇਹ ਨਗੋੜਾ ਮੇਰੇ ਉੱਤੇ, ਹੁਣ ਗਿਣ ਕੇ ਲਈ ਤੂੰ ਹਰਜਾਨਾ ਹੁੰਦਾ ਆ ਜਿਹੜਾ ਨੁਕਸਾਨ ਹੋਇਆ ਉਹਦਾ ਪੈਸੇ ਵੱਲੋਂ ਮੇਰੇ ਕੋਲੋਂ ਹਵੇਲੀ ਦਾ, ਚੱਲ ਮੈਂ ਢੋਨਾ ਕੰਧ ਆ ਹਟਾ ਲੈ ਤੂੰ ਮੈਨੂੰ। ਸੋ ਅਖੀਰ ਜਿਹੜਾ ਸੀ ਕਪੂਰ ਸਿੰਘ ਵੀ ਗੁੱਸੇ ਦੇ ਵਿੱਚ ਆ ਗਿਆ ਔਰ ਉਹ ਸਮਝ ਗਿਆ ਸੀ ਕਿ ਇਸ ਸਮੇਂ ਜਿਹੜਾ ਦਰਬਾਰੇ ਦੇ ਅੰਦਰ ਕੌਣ ਬੋਲਦਾ ਆ, ਕਿਹੜਾ ਵਕੀਲ ਉਹਦੇ ਅੰਦਰ ਬੋਲਦਾ ਆ। ਔਰ ਉਹਨੇ ਅਖੀਰ ਤੇ ਉਹਨੂੰ ਕੀ ਕਿਹਾ ਕਿ ਉਹਨੇ ਜੇ ਅਰਜੀ ਦੇਣੀ ਆ ਤਾਂ ਦੇ ਦੇਵੇ, ਤੇ ਦੇਖਦਾ ਉਹ ਵੀ ਜਿਹੜਾ ਆ ਦੇਖ ਲੈਂਦਾ ਹੈ ਕਿ ਉਹਨੂੰ ਕੰਧ ਢਾਉਣ ਤੋਂ ਕੌਣ ਮਨਾ ਕਰਦਾ ਆ ਤੇ ਕਿਹੜਾ ਜਿਹੜਾ ਆ ਉਹਦੇ ਕੋਲੋਂ ਹਰਜਾਨਾ ਵਸੂਲ ਕਰਦਾ ਆ। ਦਰਬਾਰਾ ਭਾਵੇਂ ਕਪੂਰ ਸਿੰਘ ਤੋਂ ਕੁਝ ਛੋਟਾ ਸੀ ਤੇ ਸਰੀਰ ਦਾ ਵੀ ਲਿੱਸਾ ਮਤਲਬ ਕਮਜ਼ੋਰ, ਤੇ ਅੱਗੇ ਕਦੇ ਉਹਨੇ ਸਾਹਮਣੇ ਉਹ ਬੋਲਿਆ ਵੀ ਨਹੀਂ ਸੀ, ਪਰ ਚੱਕ ਬੁਰੀ ਹੁੰਦੀ ਹੈ। ਦਰਬਾਰਾ ਉੱਠ ਕੇ ਖੜਾ ਹੋ ਗਿਆ ਤੇ ਬਾਹਾਂ ਚਾੜ ਕੇ ਗੜਕੇ ਨਾਲ ਬੋਲਿਆ, ਤੂੰ ਹੱਥ ਤਾਂ ਲਾ ਜਾ ਕੇ ਕੰਧ ਨੂੰ। ਸੋ ਇੱਥੇ ਜਿਹੜੀ ਸੀ ਦੋਨਾਂ ਭਰਾਵਾਂ ਦੀ ਲੜਾਈ ਦੀ ਸ਼ੁਰੂਆਤ ਹੋ ਗਈ, ਜਦੋਂ ਕਪੂਰ ਸਿੰਘ ਵੀ ਥੋੜਾ ਗੁੱਸੇ ਦੇ ਵਿੱਚ ਆ ਗਿਆ ਔਰ ਉਹ ਵੀ ਭੜਕਦਾ ਹੋਇਆ ਬੋਲਿਆ ਕਿ ਜਿਹੜਾ ਉਹਨੇ ਹਰਜਾਨਾ ਵਸੂਲ ਕਰਨਾ ਆ, ਜਿਹੜੀ ਉਹਦੇ ਖਿਲਾਫ ਅਰਜੀ ਦੇਣੀ ਆ ਦੇ ਦੇਵੇ। ਤਾਂ ਅੱਗੋਂ ਦਰਬਾਰਾ ਵੀ ਜਿਹੜਾ ਸੀ ਉਹ ਸਰਪੰਚ ਦੀ ਚੱਕ ਦੇ ਵਿੱਚ ਆ ਕੇ ਹੋਰ ਕਹਿ ਲਓ ਗੁੱਸੇ ਦੇ ਵਿੱਚ ਬੋਲਿਆ। ਬੇਸ਼ੱਕ ਉਹ ਸਰੀਰੋਂ ਕਮਜ਼ੋਰ ਸੀ ਪਰ ਉਹਨੇ ਕੀ ਬੋਲਿਆ ਕਿ ਤੂੰ ਹੱਥ ਤਾਂ ਲਾ ਜਾ ਕੇ ਕੰਧ ਨੂੰ, ਕਿ ਉਹਦੀ ਜਿਹੜੀ ਕੰਧ ਹੈ ਉਹਨੂੰ ਤੋੜ ਕੇ ਵਿਖਾ। ਨੇੜੇ ਹੀ ਸੀ ਦੋਵੇਂ ਉਲਝ ਪੈਂਦੇ ਕਿ ਟੁੰਡੇ ਲੰਬੜਦਾਰ ਨੇ ਝੱਟ ਉੱਠ ਕੇ ਦਰਬਾਰੇ ਨੂੰ ਡੱਕ ਦਿੱਤਾ ਮਤਲਬ ਰੋਕ ਦਿੱਤਾ। ਕਪੂਰ ਸਿੰਘ ਨੂੰ ਚਲੇ ਜਾਣ ਦੀ ਸੈਨਤ ਕੀਤੀ, ਸੈਨਤ ਮਤਲਬ ਇਸ਼ਾਰਾ ਕੀਤਾ। ਸੋ ਜਿਹੜਾ ਸੀ ਲੰਬੜਦਾਰ ਉਹ ਨਹੀਂ ਚਾਹੁੰਦਾ ਸੀ ਕਿ ਦੋਨਾਂ ਭਰਾਵਾਂ ਦੇ ਵਿੱਚ ਲੜਾਈ ਹੋਵੇ, ਇਸ ਕਰਕੇ ਉਹਨੇ ਜਿਹੜਾ ਸੀ ਕਪੂਰ ਸਿੰਘ ਨੂੰ ਫਟਾਫਟ ਉੱਥੋਂ ਇਸ਼ਾਰਾ ਕਰਕੇ ਚਲੇ ਜਾਣ ਦੇ ਲਈ ਕਿਹਾ, ਤਾਂ ਕਿ ਦੋਨਾਂ ਭਰਾਵਾਂ ਦੇ ਵਿੱਚ ਜਿਹੜੀ ਲੜਾਈ ਹੈ ਹੋਰ ਨਾ ਵਧੇ। ਕਪੂਰ ਸਿੰਘ ਉੱਥੋਂ ਤੁਰ ਪਿਆ, ਮਖਾ ਚੱਲ ਤਾਂ ਸਹੀ, ਮੈਂ ਢੋਨਾ ਤੂੰ ਹਟਾਈ, ਦੇਖੀ ਨਾਲੇ ਹੁਣੇ ਕੰਧ ਬਣਦੀ ਹੈ ਕਿਵੇਂ, ਨਾਲੇ ਨਾ ਦੇਈ ਖਾਂ ਭਖਾਂ ਤੂੰ ਅੱਧ
ਪਟਵਾਰਖਾਨੇ ਦਾ ਬੂਹਾ ਲੰਘਦਿਆਂ ਉਹ ਕਹਿ ਰਿਹਾ ਸੀ। ਸੋ ਅਖੀਰ ਜਿਹੜਾ ਸੀ ਕਪੂਰ ਸਿੰਘ ਵੀ ਗੁੱਸੇ ਦੇ ਵਿੱਚ ਆ ਕੇ ਕੀ ਕਹਿੰਦਾ ਆ ਕਿ ਹੁਣ ਕੰਧ ਦਾ ਜਿਹੜੀ ਹੈ ਉਹ ਬੰਨੀ ਹੀ ਬੰਨੀ ਹੈ, ਮੈਂ ਢਾਹੁੰਦਾ ਕਿ ਉਹਨੇ ਕੰਧ ਜਿਹੜੀ ਹੈ ਉਹ ਢਾਹ ਦੇਣੀ ਹੈ, ਤੂੰ ਹਟਾ ਸਕਦਾ ਹੈ ਤਾਂ ਹਟਾ ਲੈ। ਤੇ ਨਾ ਜਿਹੜਾ ਆ ਜੇ ਉਹ ਅੱਧ ਵੀ ਨਹੀਂ ਦੇਣਾ ਚਾਹੁੰਦਾ ਕੰਧ ਦਾ ਤੇ ਨਾ ਦੇਵੇ, ਤਾਂ ਵੀ ਕੰਧ ਦਾ ਜਿਹੜੀ ਹੈ ਉੱਥੇ ਹੁਣ ਨਵੀਂ ਬਣ ਕੇ ਹੀ ਰਹਿਣੀ ਆ। ਸਾਰਾ ਪਿੰਡ ਦਰਬਾਰੇ ਨੂੰ ਕੋਸਣ ਲੱਗਾ ਮਤਲਬ ਲਾਹਨਤਾਂ ਪਾਉਣ ਲੱਗਾ। ਬਹੁਤ ਮਾੜੀ ਗੱਲ ਹੈ ਦਰਬਾਰੇ ਖਾਤਰ, ਕਿਸੇ ਲੋਟ ਤਾਂ ਬੰਦੇ ਨੂੰ ਲੋਟ ਮਤਲਬ ਕਿਸੇ ਪਾਸੇ, ਕਿ ਸਾਰਾ ਪਿੰਡ ਜਿਹੜਾ ਸੀ ਉਹ ਕਪੂਰ ਸਿੰਘ ਦੀ ਹਾਲਤ ਸਮਝਦਾ ਸੀ ਔਰ ਸਾਰੇ ਇਹੀ ਕਹਿ ਰਹੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਤਾਂ ਦਰਬਾਰੇ ਨੂੰ ਮੰਨਣਾ ਹੀ ਚਾਹੀਦਾ ਸੀ, ਦਰਬਾਰੇ ਦੇ ਨਾਲ ਜਿਹੜਾ ਹੈ ਸਹਿਮਤ ਹੋਣਾ ਹੀ ਚਾਹੀਦਾ ਸੀ। ਪਰ ਦਰਬਾਰਾ ਉਸ ਸਮੇਂ ਕਿਸੇ ਦੀ ਵੀ ਮੰਨਣ ਲਈ ਤਿਆਰ ਨਹੀਂ ਸੀ। ਕਪੂਰ ਸਿੰਘ ਤੋਂ ਚਿੱਤੇ ਵਿੱਚ ਪੈ ਗਿਆ, ਘਰ ਬਣਾਵੇ ਜਾਂ ਨਾ, ਮੈਂ ਇਹ ਤੋਂ ਚੰਗਾ ਤਾਂ ਪਿੰਡੋਂ ਬਾਹਰ ਜਾ ਵਸਦਾ। ਕੰਧ ਬੰਦੀ ਦਿਸਦੀ ਨਹੀਂ, ਅੱਧੀ ਵੱਢ ਕੇ ਬਣਾਉਣ ਜਾਂ ਠੋਕਰਾ ਕਰਨ ਵਿੱਚ ਉਹ ਗੱਲ ਨਹੀਂ। ਚਾਰ ਚੁਫੇਰਿਓ ਪੱਕਾ ਸੋਹਣਾ ਟੱਲੀ ਵਰਗਾ ਚਕੋਰ ਘਰ ਬਣ ਜਾਣਾ। ਅਖੀਰ ਉਹਨੇ ਫੈਸਲਾ ਕੀਤਾ ਉਹ ਕੰਮ ਸ਼ੁਰੂ ਕਰੇ। ਜਦ ਕੰਧ ਉੱਤੇ ਕੰਮ ਆ ਗਿਆ ਤਾਂ ਆਪੇ ਕੋਈ ਨਾ ਕੋਈ ਰਾਹ ਨਿਕਲ ਆਵੇਗਾ। ਅੜਿਆ ਤਾਂ ਕਿਸੇ ਦਾ ਕੁਝ ਨਹੀਂ ਰਹਿੰਦਾ। ਪੱਕੀ ਬਣ ਗਈ ਤਾਂ ਚੰਗਾ, ਨਹੀਂ ਠੋਕਰਾਂ ਕਰਕੇ ਉੱਤੋਂ ਪਾਸ ਵੱਲੀਆਂ ਪਾ ਦਿਆਂਗੇ। ਇੱਕ ਪਾਸਾ ਜਾਣੋ ਕੱਚਾ ਰਹਿ ਗਿਆ, ਹੋਰ ਕੁਝ ਕੀਤਾ ਵੀ ਤਾਂ ਕੀ ਜਾਵੇ। ਲੋਕ ਤਾਂ ਕਹਿੰਦੇ ਹਨ ਜਾ ਕੇ ਡਿਪਟੀ ਦੇ ਅਰਜੀ ਮਾਰੇ, ਪਰ ਮਾਮਲਾ ਹੋਰ ਚੱਕਰ ਵਿੱਚ ਪੈ ਜਾਣਾ ਸੀ। ਜੇਠ ਹਾੜ ਦੇ ਖੁੱਲ੍ਹੇ ਦਿਨ ਲੰਘਦੇ ਜਾਂਦੇ ਸੀ। ਜੇ ਇਸ ਤਰ੍ਹਾਂ ਕਰ ਸਿਆਲ ਆ ਗਿਆ ਤਾਂ ਕੰਮਾਂ ਕਾਜਾਂ ਉੱਤੇ ਉਂਝ ਹੀ ਨਹੀਂ ਮੁੱਕਿਆ ਕਰਨਾ, ਤੇ ਨਾਲੇ ਹੁਣ ਤਾਂ ਖੁੰਝਿਆ ਖਬਰੇ ਕਦ ਉੱਤੇ ਜਾ ਪਵੇ। ਅਖੀਰ ਜਿਹੜਾ ਸੀ ਕਪੂਰ ਸਿੰਘ ਦੁਚਿੱਤੀ ਦੇ ਵਿੱਚ ਪੈ ਗਿਆ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ, ਘਰ ਬਣਾਵੇ ਜਾਂ ਨਾ ਬਣਾਵੇ। ਕਿਤੇ ਤਾਂ ਉਹ ਸੋਚਦਾ ਸੀ ਕਿ ਇਹਦੇ ਨਾਲੋਂ ਤਾਂ ਚੰਗਾ ਆ ਕਿ ਉਹ ਪਿੰਡ ਤੋਂ ਬਾਹਰ ਜਾ ਕੇ ਕਿਤੇ ਨਵੀਂ ਥਾਂ ਵਸ ਜਾਵੇ, ਤਾਂ ਕਿ ਇਹ ਰੋਜ਼ ਦੇ ਝਗੜਿਆਂ ਤੋਂ ਛੁਟਕਾਰਾ ਹੋਵੇ, ਕਿਉਂਕਿ ਉਹਨੂੰ ਕਿਸੇ ਤਰ੍ਹਾਂ ਵੀ ਆਪਣੇ ਮਕਾਨ ਦੀ ਕੰਧ ਬਣਦੀ ਨਜ਼ਰ ਨਹੀਂ ਸੀ ਆਉਂਦੀ। ਅਖੀਰ ਜਿਹੜਾ ਸੀ ਉਹ ਇਹ ਸੋਚਦਾ ਸੀ ਕਿ ਜੇਕਰ ਉਹਨੇ ਕੰਧ ਦਾ ਕੰਮ ਸ਼ੁਰੂ ਵੀ ਕੀਤਾ ਤਾਂ ਕੀ ਹੋਏਗਾ ਕਿ ਸਾਰਾ ਮਕਾਨ ਤਾਂ ਉਹਦਾ ਪੱਕਾ ਬਣ ਜਾਣਾ ਆ, ਚਾਰ ਚੁਫੇਰਿਓ ਪੱਕਾ ਸੋਹਣਾ ਐਨ ਚਕੋਰ, ਪਰ ਇੱਕ ਪਾਸਾ ਜਿਹੜਾ ਸੀ ਉਹਦਾ ਕੰਧ ਪਾਸੋਂ ਕੱਚਾ ਰਹਿ ਜਾਣਾ ਸੀ। ਇਸ ਕਰਕੇ ਉਹ ਸਮਝ ਨਹੀਂ ਸੀ ਪਾ ਰਿਹਾ ਕਿ ਉਹ ਕੀ ਕਰੇ ਤੇ ਕੀ ਨਾ ਕਰੇ। ਅਖੀਰ ਜਿਹੜਾ ਸੀ ਜਦੋਂ ਉਹਨੂੰ ਕੋਈ ਰਾਹ ਨਾ ਲੱਭਾ ਤਾਂ ਅਖੀਰ ਉਹਨੇ ਫੈਸਲਾ ਕੀਤਾ ਕਿ ਘਰ ਦਾ ਕੰਮ ਜਿਹੜਾ ਆ ਉਹ ਸ਼ੁਰੂ ਕੀਤਾ ਜਾਵੇ, ਤੇ ਜਦੋਂ ਬਾਕੀ ਮਕਾਨ ਬਣ ਜਾਵੇਗਾ, ਕੰਧ ਦੀ ਵਾਰੀ ਆਏਗੀ ਤਾਂ ਆਪੇ ਵੇਖਿਆ ਜਾਵੇਗਾ ਕਿ ਜੇ ਤਾਂ ਦਰਬਾਰਾ ਮੰਨ ਗਿਆ ਤਾਂ ਕੰਧ ਜਿਹੜੀ ਆ ਪੱਕੀ ਬਣੇਗੀ, ਨਹੀਂ ਤਾਂ ਉਹ ਜਿਹੜੀ ਹੈ ਕੱਚੀਆਂ ਇੱਟਾਂ ਦੀ ਚਿਨਾਈ ਕਰਕੇ ਉੱਪਰ ਜਿਹੜੇ ਆ ਬਾਲੇ ਪਾ ਦੇਣਗੇ, ਤੇ ਇਹ ਜਿਹੜਾ ਆ ਸੋਚਾਂਗੇ ਕਿ ਇੱਕ ਪਾਸਾ ਜਿਹੜਾ ਸੀ ਉਹ ਕੱਚਾ ਹੀ ਰਹਿ ਗਿਆ। ਬੇਸ਼ੱਕ ਜਿਹੜਾ ਸੀ ਉਹਨੂੰ ਕਿਸੇ ਨੇ ਸਲਾਹ ਵੀ ਦਿੱਤੀ ਸੀ ਕਿ ਉਹ ਦਰਬਾਰੇ ਦੇ ਖਿਲਾਫ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਜਾ ਕੇ ਅਰਜੀ ਦੇ ਆਵੇ, ਪਰ ਕਪੂਰ ਸਿੰਘ ਜਿਹੜਾ ਸੀ ਇਹ ਸੋਚਦਾ ਸੀ ਕਿ ਜਿਹੜੇ ਜੇਠ ਹਾੜ ਮਤਲਬ ਜਿਹੜੇ ਗਰਮੀ ਦੇ ਮਹੀਨੇ ਆ ਨਾ, ਖੁੱਲ੍ਹੇ ਦਿਨ ਹੁੰਦੇ, ਵੱਡੇ ਦਿਨ ਹੁੰਦੇ ਆ, ਉਹ ਲੰਘਦੇ ਜਾਂਦੇ ਆ, ਤੇ ਜੇਕਰ ਇਹ ਸਮਾਂ ਲੰਘ ਗਿਆ ਘਰ ਬਣਾਉਣ ਤੋਂ ਤਾਂ ਅੱਗੋਂ ਜਿਹੜੀਆਂ ਆ ਸਰਦੀਆਂ ਦੇ ਛੋਟੇ ਦਿਨ ਆ ਜਾਣੇ ਆ, ਤਾਂ ਫਿਰ ਉਹਦਾ ਕੰਮ ਕਿਸੇ ਤਰ੍ਹਾਂ ਵੀ ਮੁੱਕਣਾ ਨਹੀਂ ਹੈ। ਇਸ ਕਰਕੇ ਉਹ ਚਾਹੁੰਦਾ ਸੀ ਕਿ ਜੇਕਰ ਹੁਣ ਦਾ ਖੁੰਝਿਆ ਕੰਮ, ਲੰਬਾ ਪਿਆ ਕੰਮ ਪਤਾ ਨਹੀਂ ਕਦੋਂ ਪੂਰਾ ਹੋਵੇਗਾ, ਇਸ ਕਰਕੇ ਉਹਨੇ ਇਹੀ ਫੈਸਲਾ ਕੀਤਾ ਕਿ ਘਰ ਦਾ ਨਿਰਮਾਣ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਜਾਵੇ। ਕੰਮ ਸ਼ੁਰੂ ਹੋ ਗਿਆ। ਚਾਚੀ ਰਾਮ ਕੌਰ ਵਾਲੀ ਕੰਧ ਢਾਹ ਕੇ ਮਜ਼ਦੂਰ ਨੀਹਾਂ ਕੱਢਣ ਲੱਗੇ। 3 ਦਿਨਾਂ ਵਿੱਚ ਕੰਧ ਸਿਰੇ ਜਾ ਲੱਗੀ ਮਤਲਬ ਪੂਰੀ ਹੋ ਗਈ। ਦਲਾਨ, ਵਰਾਂਡਾ, ਰਸੋਈ ਅਤੇ ਹੋਰ ਸਾਰੀਆਂ ਨੀਹਾਂ ਭਰੀਆਂ ਗਈਆਂ। ਬੈਠਕ ਕਹਿੰਦੇ ਡਰਾਇੰਗ ਰੂਮ ਨੂੰ। ਬੈਠਕ ਦੀਆਂ ਕੰਧਾਂ ਉੱਠਣ ਲੱਗੀਆਂ ਮਤਲਬ ਉੱਚੀਆਂ ਹੋਣ ਲੱਗੀਆਂ। ਬੂਹਿਆਂ ਤੇ ਬਾਰੀਆਂ ਦੀਆਂ ਚੁਗਾਠਾਂ ਖੜੀਆਂ ਹੋ ਗਈਆਂ। 10 ਦਿਨਾਂ ਵਿੱਚ ਥਾਂ ਦਾ ਹੁਲੀਆ ਬਦਲ ਗਿਆ। ਸੋ ਕਹਿਣ ਤੋਂ ਕੀ ਭਾਵ ਹੈ ਕਿ ਅਖੀਰ ਕਪੂਰ ਸਿੰਘ ਦੇ ਘਰ ਦਾ ਜਿਹੜਾ ਕੰਮ ਸੀ ਉਹ ਸ਼ੁਰੂ ਹੋ ਗਿਆ। ਕੰਧਾਂ ਬਣਨ ਲੱਗ ਪਈਆਂ, ਖਿੜਕੀ ਦਰਵਾਜ਼ੇ ਦੀਆਂ ਜਿਹੜੀਆਂ ਚੁਗਾਠਾਂ ਸੀ ਉਹ ਲੱਗਣ ਲੱਗ ਪਈਆਂ, ਤੇ ਥਾਂ ਦਾ ਜਿਹੜਾ ਪੂਰਾ ਨਕਸ਼ਾ ਸੀ ਉਹ ਹੀ ਬਦਲ ਗਿਆ। ਤੇ ਮੁਕਾਬਲੇ ਦੀ ਚਾਚੀ ਰਾਮ ਕੌਰ ਵਾਲੀ ਪੱਕੀ ਕੰਧ ਸਾਹਮਣੇ ਦਰਬਾਰੇ ਦੀ ਕੱਚੀ ਕੰਧ ਹੁਣ ਹੋਰ ਬੁਰੀ ਦਿਸਣ ਲੱਗੀ। ਆਉਂਦਾ ਜਾਂਦਾ ਹਰ ਕੋਈ ਆਕੇ ਹੁਣ ਇਹ ਵੀ ਦਲਿੱਦਰ ਕਰ ਦਿਓ। ਦਲਿੱਦਰ ਮਤਲਬ ਹੁੰਦਾ ਆਲਸ, ਪੁਰਾਣੀਆਂ ਚੀਜ਼ਾਂ। ਹੁਣ ਜਿਹੜਾ ਆ ਸਾਰਾ ਘਰ ਤਾਂ ਪੱਕਾ ਬਣਦਾ ਨਜ਼ਰ ਆਉਂਦਾ ਸੀ, ਸਿਰਫ ਇੱਕ ਦਰਬਾਰੇ ਵਾਲੀ ਕੰਧ ਸੀ ਜਿਹੜੀ ਕਿ ਕੱਚੀ ਸੀ। ਇਸ ਕਰਕੇ ਹਰ ਕੋਈ ਜਿਹੜਾ ਸੀ ਬਾਰ-ਬਾਰ ਇਹੀ ਗੱਲ ਕਹਿੰਦਾ ਸੀ ਕਿ ਹੁਣ ਇਹ ਵਾਲੀ ਜਿਹੜੀ ਪੁਰਾਣੀ ਕੰਧ ਹੈ ਇਹਨੂੰ ਵੀ ਢਾਹ ਕੇ ਨਵੀਂ ਬਣਾ ਲਓ। ਪਰ ਦਰਬਾਰੇ ਨੇ ਅਜੇ ਵੀ ਇੱਕ ਨੰਨਾ ਹੀ ਫੜਿਆ ਹੋਇਆ ਸੀ। ਨੰਨਾ ਮਤਲਬ ਨਾ। ਬੈਠਕ ਦੀਆਂ ਬਾਰੀਆਂ ਤੇ ਬੂਹਿਆਂ ਉੱਤੇ ਲਿੰਟਣ ਲੱਗ ਗਏ। ਡਿਓੜੀ ਦੀ ਚੁਗਾਠ ਵੀ ਧਰੀ ਗਈ। ਬੈਠਕ ਚਾਚੀ ਰਾਮ ਕੌਰ ਦੀ ਕੰਧ ਨਾਲ ਸੀ ਤੇ ਲੰਘਣ ਲਈ ਡਿਓੜੀ ਦਰਬਾਰੇ ਵਾ। ਡਿਓੜੀ ਦੀ ਛੱਤ ਨੀਵੀਂ ਰੱਖ ਕੇ 8 ਫੁੱਟ
ਫੁੱਟ ਉੱਤੇ ਲਿੰਟਨ ਪਾਉਣਾ ਸੀ, ਕਿਉਂਕਿ ਉੱਥੇ ਮਿਆਨੀ ਰੱਖਣੀ ਸੀ। ਮਿਆਨੀ ਜਿਹੜੀਆਂ ਚੀਜ਼ਾਂ ਪਾਉਣ ਦੇ ਲਈ ਰੁੱਕ ਕੇ ਰੱਖ ਲੈਂਦੇ ਨਾ, ਨੀਵੀਂ ਛੱਤ ਰੱਖ ਕੇ, ਆਲਾ ਕਹਿੰਦੇ ਉਹਨੂੰ ਪੰਜਾਬੀ ਦੇ ਵਿੱਚ, ਤਾਂ ਕਿ ਉਹਦੇ ਵਿੱਚ ਜਿਹੜਾ ਆ ਕੋਈ ਵੀ ਸਮਾਨ ਰੱਖਿਆ ਜਾ ਸਕੇ। ਡਿਓੜੀ ਦਾ ਲਿੰਟਨ ਲਾਉਣ ਲਈ ਹੁਣ ਦਰਬਾਰੇ ਵਾਲੀ ਕੰਧ ਦਾ ਫੈਸਲਾ ਹੋਣਾ ਜ਼ਰੂਰੀ ਸੀ। ਇੱਕ ਦਿਨ ਵੀ ਹੋਰ ਕਿਸੇ ਹੱਥ ਨਹੀਂ ਸੀ ਚੱਲ ਸਕਦਾ। ਹੁਣ ਜਿਹੜੀ ਡਰਾਇੰਗ ਰੂਮ ਮਤਲਬ ਜਿਹੜਾ ਤੁਹਾਡਾ ਬੈਠਕ ਸੀ, ਉਹਦੀ ਤਾਂ ਕੰਧ ਬਣ ਗਈ ਚਾਚੀ ਰਾਮ ਕੌਰ ਦੇ ਨਾਲ, ਕਿਉਂਕਿ ਉਹ ਤਾਂ ਕੰਧ 'ਚ ਹਿੱਸਾ ਪਾਉਣ ਲਈ ਤਿਆਰ ਹੋ ਗਈ ਸੀ। ਪਰ ਜਿਹੜਾ ਡਿਓੜੀ ਵਾਲੀ ਕੰਧ ਸੀ ਉਹ ਤਾਂ ਦਰਬਾਰੇ ਦੇ ਨਾਲ ਲੱਗਦੀ ਸੀ, ਇਸ ਕਰਕੇ ਉਹਦਾ ਵਿੱਚ ਸਹਿਮਤੀ ਬਹੁਤ ਜ਼ਰੂਰੀ ਸੀ। ਇਸ ਕਰਕੇ ਜਦੋਂ ਤੱਕ ਦਰਬਾਰਾ ਹਾਮੀ ਨਹੀਂ ਭਰਦਾ ਸੀ ਉਦੋਂ ਤੱਕ ਉਹ ਕੰਮ ਅੜਿੱਕਾ ਫੜ ਕੇ ਬੈਠਾ ਸੀ। ਇਸ ਕਰਕੇ ਜਿਹੜਾ ਆ ਉਹ ਕਿਸੇ ਪਾਸੇ ਹੋਰ ਨਹੀਂ ਸੀ ਚੱਲ ਸਕਦਾ। ਕੰਮ ਜਦੋਂ ਤੱਕ ਦਰਬਾਰਾ ਸਹਿਮਤ ਨਹੀਂ ਸੀ ਹੁੰਦਾ, ਅੱਗੇ ਕੰਮ ਨੂੰ ਵਧਾਉਣਾ ਔਖਾ ਸੀ। ਸੋ ਅੱਜ ਬੇਟਾ ਆਪਾਂ ਇੱਥੋਂ ਤੱਕ ਕਰਾਂਗੇ, ਫਿਰ ਆਪਾਂ ਕੰਟੀਨਿਊ ਕਰਾਂਗੇ।